Mool Mantar by the name is the Mool. Mool means the fundamental, the very basic. So that would be ke, understanding Mool Mantar would be understanding the basics. तो ਉਹਦੇ ਲਈ ਕੀ ਹੈ ਕਿ ਅਸੀਂ ਕੀ ਕਰਦੇ ਹਾਂ ਕਿ what is Mool Mantar? तो right from Ik Onkar, Satnam, Karta Purkh, Nirbhav, Nirvair, Akal Murth, Ajuni, Saipang, Gur Prasad. This is Mool Mantar. But each word in Mool Mantar depicts a lot of our fundamental. We start with Ik Onkar. Ik Onkar ਦਾ ਜੋ concept ਹੈ ਇਹ ਆਪਣੇ ਆਪ ਵਿੱਚ ਬੜਾ ਹੀ enlightening ਹੈ। ਇੱਕ ਗੁਰਬਾਣੀ ਵਿੱਚ ਆਂਦੀ ਹੈ ਏਕੰਕਾਰ ਏਕ ਪਾਸਾਰਾ। that ਏਕੰਕਾਰ ਇੱਕ ਤੋਂ ਸਾਰਾ ਪਾਸਾਰਾ ਹੋ ਗਿਆ। ਗੁਰਬਾਣੀ ਦੀ ਇੱਕ ਹੋਰ ਤੁਕ ਹੈ ਕੀਤਾ ਪਸਾਓ ਏਕੋ ਕਵਾਓ। ਇੱਕ ਵਾਰ ਵਿੱਚ ਹੀ ਜਿਹਨੂੰ ਸਾਇੰਟਿਸਟ ਕਹਿੰਦੇ ਨੇ ਬਿਗ ਬੈਂਗ ਹੋਇਆ ਕੁਝ ਸਡਨਲੀ ਸਮਥਿੰਗ ਐਵਰੀਥਿੰਗ ਵਾਸ ਕ੍ਰੀਏਟਡ। ਗੁਰਬਾਣੀ ਵਿੱਚ ਉਹਦਾ ਜਿਹੜਾ ਸਪਿਰਿਚੁਅਲ ਇਲੈਬੋਰੇਸ਼ਨ ਹੈ ਐਕਸਪਲੇਨੇਸ਼ਨ ਹੈ ਕੀਤਾ ਪਸਾਓ ਏਕੋ ਕਵਾਓ। ਕਵਾਓ ਮੀਨਸ ਇੱਕ ਵਾਰੀ ਕਿਹਾ, ਇੱਕ ਵਾਰੀ ਬਸ ਉਹਨਾਂ ਨੇ ਇਸ ਤਰ੍ਹਾਂ ਕਹਿਤਾ ਹੋ ਜਾਓ। ਤੋ ਕਵਾਓ ਕਿਹਾ the almighty God who created everything ਕੀਤਾ ਪਸਾਓ ਇਹ ਸਾਰਾ ਪਸਾਰਾ ਹੋ ਗਿਆ। ਏਕੋ ਕਵਾਓ ਇੱਕ ਵਾਰੀ ਕਹਿਣ ਤੇ ਤਿਸ ਤੇ ਹੋਏ ਲੱਖ ਦਰਿਆਓ। that means ਉਸ ਤੋਂ ਬਾਅਦ ਉਹਦੇ ਵਿੱਚੋਂ ਉਸ ਕਹਿਣ ਵਿੱਚੋਂ ਸਾਰਾ ਕੁਝ ਵਹਿ ਤੁਰਿਆ, ਸਭ ਕੁਝ ਚੱਲ ਪਿਆ। so that is the spiritual angle of the big bang theory। ਉਹ ਕਹਿੰਦੇ ਨੇ suddenly ਕੁਝ ਹੋਇਆ ਜਿਹਦੇ ਚੋਂ ਸਾਰਾ ਕੁਝ ਬਣ ਗਿਆ। this is what they can understand। ਤੇ spiritually speaking it was God who created everything and ਜਿਹਦੇ ਚੋਂ ਸਾਰਾ ਕੁਝ in place ਹੋਇਆ। everything fell in perfect place। so somebody created it। that is ekankar। so the beginning of Mool Mantar ekankar। so whenever we come across ek onkar ਇਹਦੀ pronunciation ਥੋੜਾ ਜਿਹਾ difference ਰਹਿੰਦਾ ਹੈ। popular pronunciation is ਇੱਕ ਓਂਕਾਰ। तो ਦੇ ਇਹਦੀ ਇੱਕ ਓਂਕਾਰ ਦੇ 3 parts ਕਰ ਦਿੱਤੇ ਜਾਂਦੇ ਆ। ਤੇ ਜਿਹੜਾ ਏਕਾ ਹੈਗਾ ਉਹਨੂੰ ਇੱਕ ਬੋਲਦੇ ਆ, ਜਿਹੜਾ ਊੜਾ ਹੈ ਉਹਨੂੰ ਓਮ ਬੋਲਦੇ ਆ, ਔਰ ਉੱਪਰ ਜਿਹੜੀ ਲਾਈਨ ਜਾਂਦੀ ਹੈ ਉਹਨੂੰ ਕਾਰ ਬੋਲਦੇ ਆ। तो it is said ਇੱਕ ਓਂਕਾਰ। so this is but ਜਿਹੜਾ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਉਹ ਈੜੀ ਦੇ ਨਾਲ ਏਕੰਕਾਰ। तो ਏਕੰਕਾਰ depicts ਕਿਉਂਕਿ ਗੁਰਬਾਣੀ ਦੇ ਵਿੱਚ ਹੈ ਔਰ that is a clear thing ਵੀ ਉਹ ਤਾਂ ਗੁਰਬਾਣੀ ਵਿੱਚ ਹੀ ਹੈ। तो ਉਹ ਜ਼ਿਆਦਾ ਡਿਪਿਕਟ ਕਰਦਾ ਹੈ ਵੀ ਏਕੇ ਤੋਂ ਸਾਰਾ ਆਕਾਰ ਹੋ ਗਿਆ ਏਕੰਕਾਰ। ਤੇ ਜਿਹੜਾ ਇੱਕ ਓਂਕਾਰ ਹੈ ਕਿ ਇੱਕ ਰੱਬ ਹੈ ਉਹ ਕਿਤੇ ਲਗਾਤਾਰ ਹੈ। ਉਹਦੇ ਨਾਲ ਰੱਬ ਦਾ ਤੇ ਸਾਰੀ ਪਸਾਰੇ ਦਾ ਇੱਕ ਦੋ ਚੀਜ਼ਾਂ ਹੋ ਜਾਂਦੀਆਂ, ਇੱਕ ਰੱਬ ਤੇ ਇੱਕ ਪਸਾਰਾ। ਜਦ ਕਿ ਮੂਲ ਮੰਤਰ ਵਿੱਚ ਏਕੰਕਾਰ ਦੀ ਐਕਸਪਲੇਨੇਸ਼ਨ ਜ਼ਿਆਦਾ ਐਸੀਮੀਲੇਟ ਅਸੀਂ ਕਰ ਸਕਦੇ ਹਾਂ ਇਫ ਵੀ ਅੰਡਰਸਟੈਂਡ ਕਿ ਰੱਬ ਤੋਂ ਸਾਰਾ ਪਸਾਰਾ ਹੋਇਆ ਤੇ ਰੱਬ ਤੋਂ ਪਸਾਰਾ ਹੋਇਆ। ਉਹਦੇ ਨਾਲ ਇੱਕ ਮੂਲ ਮੰਤਰ ਚ ਅੱਗੇ ਗੱਲ ਆਏਗੀ ਵੀ ਕੈਨ ਅੰਡਰਸਟੈਂਡ ਕਿ ਪੁਰਖ ਕੀ ਹੈ। तो we always think the ekankar, everything has come out of God। ਰੱਬ ਨੇ ਖੁਦ ਬੜੀ ਪਰਫੈਕਸ਼ਨ ਦੇ ਨਾਲ ਸਭ ਕੁਝ ਬਣਾਇਆ ਤੇ ਉਹਦੇ ਵਿੱਚੋਂ ਸਾਰੀ ਉਤਪਤੀ ਹੋਈ ਏਕੰਕਾਰ। Second word in Mool Mantar is Satnam। Satnam ਵਿੱਚ ਸਤ ਬੜਾ ਇਹਨੂੰ ਆਮ ਤੌਰ ਤੇ ਬੁੱਕਸ ਵਿੱਚ ਵੀ ਲਿਖਿਆ ਹੋਇਆ ਹੈ। ਸੱਚਾ ਨਾਮ ਹੈ, name is truth। ਇਹ ਸੱਚਾ ਔਰ ਝੂਠਾ ਨਹੀਂ ਹੈ। ਸਤ ਮੀਨਸ ਕਿ ਇਹ ਕੋਈ ਫਿਕਸ਼ਨ ਨਹੀਂ ਹੈ ਕਿ God is actually there, existing। that existing thing, ਉਹਦੀ understanding is ਸਤ।
तो सत दे नाल नाम जिहड़ा आया ते इहदे नाल नाम भी बड़ा क्लीयर हो रहा है. नाम इज लीस्ट अंडरस्टूड. ओदी इत्थों ही शुरू हो जाती है. व्हेन वी से सतनाम, ए ट्रू नेम, उत्थों ही असी वी डेविएटेड. And various books are saying like this. Satnam is a existing, ओदी होंद है, ओ रब कायम दायम है. सत ओ एग्जिस्ट करदा है, नाम उसदी होंद एग्जिस्टिंग है. Therefore both the things fall in place. नाम is उसदी होंद. Wherever जदों नाम होना है, if we take as के ओ उसदी होंद दी गल हो रही है, ਤੇ ਉਸ ਦੀ ਹੋਂਦ ਦਾ ਮੈਨੂੰ ਮੈਂ ਉਸ ਦੀ ਹੋਂਦ ਨੂੰ ਯਾਦ ਰੱਖਾਂ, that is ਨਾਮ ਸਿਮਰਨ. ਮੇਰੇ ਹਰ ਵੇਲੇ ਜ਼ਿਹਨ ਵਿੱਚ ਉਸ ਦੀ ਹੋਂਦ ਦਾ ਅਹਿਸਾਸ ਬਣ ਜਾਏ, ਚਲਦਾ ਰਹੇ, ਅਹਿਸਾਸ ਉਸ ਦੀ ਅਵੇਅਰਨੈਸ ਹਰ ਵੇਲੇ ਰਹੇ. ਦਿਸ ਇਜ਼ ਨਾਮ ਧਿਆਨ. ਗੁਰਬਾਣੀ ਦੀ ਤੁਕ ਆਂਦੀ ਹੈ, ਨਾਮ ਧਿਆਨ ਸੁਖ ਫਲ ਪਾਏ. ਹੁਣ ਉਹ ਸੁਖ ਕਿਹੜੇ ਨੇ ਕਿ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਯੈਸ ਹੀ ਇਜ਼ देयर, ਜਿਹਦੇ ਨਾਲ ਸਾਡਾ ਲਿੰਕ ਹੈ. that is the ਜਿਹਨੂੰ ਇੰਗਲਿਸ਼ ਵਿੱਚ ਨੇਮ ਬੋਲ ਦਿੰਦੇ ਆ, ਨਾਮ is ਉਸ ਦੀ ਹੋਂਦ. ਜਦੋਂ ਵੀ ਅਸੀਂ if we are linked with a person and he is everywhere, so we are relaxed. ਮਨ ਕਰਕੇ ਸਾਡੇ 'ਚ ਕੋਈ ਬਹਿਬਲਤਾ ਨਹੀਂ ਹੈ. there is no ਤੋਖਲਾ, there is no ਭਰਮ. We always relax. That is sukh phal payan. कि जे नाम ते आए, जे नाम दा पता होए ते नाम की है, फिर सतनाम. तो मूल मंत्र दा second name, because these are very very fundamental, or they draw a line away from the deviating thoughts here and there. Therefore सतनाम is उसदी होंद कायम दायम है. He is here and vibrating, happening. ਇਸ ਦੀ realization is, ਉਹਨੂੰ ਮੈਂ ਜਦੋਂ ਮੈਂ ਸੋਚਦਾ ਉਹਦੇ ਬਾਰੇ, it is ਨਾਮ ਸਿਮਰਨ. ਜਦੋਂ ਮੇਰੇ ਅੰਦਰ ਅਹਿਸਾਸ ਬਣ ਗਿਆ ਪੱਕਾ ਤੇ ਮੈਂ ਨਾਮ ਧਿਆਨ, ਤਾਂ ਫਿਰ ਮੈਨੂੰ ਉਹ ਸੁੱਖ ਮੈਨੂੰ ਪ੍ਰਾਪਤ ਹੁੰਦੇ ਹੈ. because I feel that aura of togetherness. I am in company all the time. So that company is Naam Dhyan. Seeking that company is Naam Simran. And उसदी होंद is Naam. उसदी होंद कायम दायम है, that is Satnam. So this is how we keep everything in perfect place. And is understanding ਦੇ ਨਾਲ ਜਿੱਥੇ ਵੀ ਨਾਮ ਸਿਮਰਨ ਆਏਗਾ, ਜਿੱਥੇ ਵੀ ਨਾਮ ਧਿਆਨ ਆਏਗਾ, ਜਿੱਥੇ ਵੀ ਸਤਨਾਮ ਆਏਗਾ, ਉਹ ਉੱਥੇ we can put. ਔਰ ਇਹ ਪਹਿਲੇ ਸ਼ਲੋਕ ਤੋਂ ਹੀ ਸਤ ਦੀ ਗੱਲ ਜਦੋਂ ਆਇਆ, ਆਦ सच और सत are synonymous. सतनाम और आद सच, दा सच और सत similar है. Both say yes, कायम दायम. So what does then आद सच mean and what is आद then? ਜਿਹੜੀ आद means the very beginning. ਜਦੋਂ the scientific big bang ਹੋਇਆ, that is the very beginning. ਹੁਣ ਉਹ ਜਿਹੜੀ beginning ਹੈ, ਜਿਹੜਾ ਏਕੰਕਾਰ ਹੋਇਆ, ਏਕੇ ਤੋਂ ਸਾਰਾ ਪਸਾਰਾ ਹੋਇਆ, that is the very beginning. ਉਸ ਵੇਲੇ ਕੀ ਸੀ? ਜਦੋਂ ਪਸਾਰਾ ਹੋਇਆ ਹੀ ਨਹੀਂ ਸੀਗਾ, ਜਦੋਂ ਕੁਛ ਨਹੀਂ ਸੀ, ਹਾਲੇ ਹੋਇਆ ਨਹੀਂ ਸੀ ਏਕੰਕਾਰ, ਉਦੋਂ ਕੁਛ ਵੀ ਨਹੀਂ ਸੀ ਉਸ ਵੇਲੇ. ਅੱਛਾ, ਗੁਰਬਾਣੀ ਉਸ ਵੇਲੇ ਨੂੰ ਵੀ ਐਕਸਪਲੇਨ ਕਰਦੀ ਹੈ. ਜਿਸ ਧਰਤੀ ਤੇ ਅਸੀਂ ਖੜੇ ਹਾਂ, ਇਹ ਧਰਤੀ ਵੀ ਨਹੀਂ ਸੀ. ਜਿਹੜਾ ਵਿਰਾਟ ਅਸਮਾਨ ਸਾਡੇ ਉੱਪਰ ਹੈ, ਇਹ ਅਸਮਾਨ ਵੀ ਨਹੀਂ ਸੀ. ਕਿੱਡਾ ਵਿਸ਼ਾਲ ਹੋ ਜਾਂਦਾ ਸਾਡਾ ਹਿਰਦਾ ਗੁਰਬਾਣੀ ਦੀ ਇਸ ਤੁਕ ਦੇ ਨਾਲ. ਆਦ ਸੱਚ, ਉਹ ਆਦ, ਉਸ ਆਦ ਦੀ ਐਕਸਪਲੇਨੇਸ਼ਨ ਕੀ ਹੈ? ਉਸ ਵੇਲੇ ਕੀ ਸੀ? ਅਰਬਦ ਨਰਬਦ ਤੰਦੂਕਾਰਾ, ਸਾਰੇ ਪਾਸੇ ਨੇਰ ਗੁਵਾਰ ਧੁੰਦ ਪਈ ਹੋਈ ਸੀ. ਧਰਨ ਨਾ ਗਗਨਾ, ਧਰਨ ਧਰਤੀ, ਜਿਸ ਧਰਤੀ ਤੇ ਅਸੀਂ ਖੜ ਕੇ ਗੱਲ ਕਰ ਰਹੇ ਹਾਂ, ਉਸ ਧਰਤੀ ਨੂੰ ਕਹਿ ਰਹੇ ਹਾਂ ਨਹੀਂ ਸੀ. ਕਿੱਡੀ ਆਥੈਂਟਿਕ ਔਰ ਕਿੰਨੀ ओरिजिनल थॉट. ਧਰਨ ਨਾ ਗਗਨਾ, ਇਸ ਸਿਰ ਤੇ ਅਸਮਾਨ ਵੀ ਨਹੀਂ ਸੀ. ਹੁਕਮ ਅਪਾਰਾ, ਉਸਦਾ ਹੁਕਮ ਵਰਤ ਰਿਹਾ ਸੀ. ਓਨਲੀ ਰੱਬ ਹੀ ਸੀ. ਇਸ ਦਾ ਇਹ ਐਕਸਪਲੇਨੇਸ਼ਨ ਹੈ ਆਦ ਸੱਚ.
the very beginning which we all see. This means existence ਦੇ ਨਾਲ ਸੱਚ ਦਾ ਮਤਲਬ ਹੈ ਆਦ ਵਿੱਚ ਸੱਚਾ ਝੂਠਾ ਕੁਝ ਨਹੀਂ, ਉਸ ਵਿੱਚ ਝੂਠ ਕੀ ਤੇ ਸੱਚ ਕੀ, ਉਹ ਤਾਂ ਕੁਝ ਵੀ ਨਹੀਂ ਸੀ। ਪਰ ਆਦ ਸੱਚ ਦਾ meaning from the at the very beginning also he was there, he existed, he was only there. तो आद विच सी दा मतलब आद सच। फिर की होया, बंदियां ने बंदे खड़े होए। नाउ वी कम टू जुगाद। आद और जुगाद दा मतलब की फर्क है। जपजी साहब दा पहला श्लोक, द वेरी बेसिक्स ऑफ सिखिज्म। जुगाद, जुगां दा आद, जुगां दी बिगनिंग, जुग आद, आद सच, जुगाद सच। बंदियां ने टाइम नु क्लासीफाई कीता भी ये सतयुग है, कल युग है, द्वापर है, ये सारे युग बनाए। युग की व्हाट इज ए युग? जदों एक थॉट प्रोसेस इवॉल्व होंदी है, इट टेक्स थाउजेंड्स एंड थाउजेंड्स ऑफ इयर्स, ते उस दे नाल एक युग बदलदा। तो ये जदों युगां थॉट प्रोसेस वाले सोचना शुरू होया ते युग बनने शुरू होए। युगां दा क्योंकि जिक्र पुराने शास्त्रां च हो गया सीगा, ते गुरु साहब ने युगां दा इस बुनियादी थॉट विच पाया। जदों युगां दी शुरुआत हुई, उस वेले भी ओही सी रब जिहड़ा वेरी बिगनिंग तो सीगा। जदों युगां दी ते गल ही नहीं, बंदे ही नहीं सीगे, कोई जीव जंत ही नहीं सीगा, उस वेले भी जिहड़ा रब सी ओ उस वेले भी सी जदों युगां दी शुरुआत हुई। तो आद सच, जुगाद सच। ओ रब अज भी ओही रब है भी सच। अज भी ओही रब जिहड़ा आद विच सी, जिहड़ा जुगां दी शुरुआत विच सी। आद सच, जुगाद सच, है भी सच। ते जदों भी नानक दे कक्के नूं औंकड़ जां सिहारी नहीं हुंदी तां we say नानक। That means we are addressing, and whenever we address Nanak, it is we are not addressing somebody else. We are not assuming Nanak in front of us. We are always addressing within. We are always addressing our own self. Kat kat mein har ju bas hai. We have presence of God in each one of us, including our own self. We address our own self whenever we address Nanak. नानक तो तीन आपां हो कर लिया। आद सच, आद विच वी ओ सी, कायम दायम सी। जुगा, जुगाद सच, जुगां दी शुरुआत विच वी ओ सी, ओ कायम दायम सी। है भी सच, हुण वी ओ है, ओ कायम दायम है। नानक होसी भी सच, फ्यूचर विच वी, इन फ्यूचर ओही रब रहेगा, होएगा जेड़ा आद विच सी। असी नहीं रहांगे, पर रब ओही रब जेड़ा आद विच सी, जेड़ा जुगाद विच सी, जेड़ा अज है, ओही रब हमेशा रहेगा। सो सच मीन्स एग्जिस्ट है। ओही गल वापस आने असी सतनाम, उसदी होंद एग्जिस्ट कर दी है, ओ होंद है, ओ कायम दायम है। ਹੁਣ ਇਸ ਰਿਅਲਾਈਜੇਸ਼ਨ ਦੇ ਨਾਲ ਵੀ ਹੁਣ ਨਾਮ ਦੀ ਆਪਾਂ ਇੱਕ ਹੋਰ ਦੇਖਦੇ ਹਾਂ। ਜੇਤਾ ਕੀਤਾ ਤੇਤਾ ਨਾਮ। ਜੋ ਕੁਝ ਵੀ ਨਜ਼ਰ ਆ ਰਿਹਾ ਸਾਨੂੰ, ਅਸੀਂ ਝਰਨੇ ਦੇਖੀਏ, ਅਸੀਂ ਪਹਾੜ ਦੇਖੀਏ, ਅਸੀਂ ਜੰਗਲ ਦੇਖੀਏ, ਅਸੀਂ ਫੁੱਲ ਦੇਖੀਏ, ਅਸੀਂ ਗ੍ਰਾਸ ਦੇਖੀਏ, ਪਲਾਂਟ ਦੇਖੀਏ, ਐਨੀਮਲ ਦੇਖੀਏ, ਹਿਊਮਨ ਬੀਇੰਗ ਦੇਖੀਏ, ਆਪਣੇ ਆਪ ਨੂੰ ਦੇਖੀਏ। ਜੇਤਾ ਕੀਤਾ ਤੇਤਾ ਨਾਮ। नाम दी ए रियलाइजेशन और ओ सत है। गुरु साहब कहंदे ए नाम सत है। सत सत कर जानो। ए नाम is here and it is vibrating, it is happening, and this naam is actually in actuality is the होंद है, is the existence है। सतनाम। हुण आंदी गल के करता पुरख, जिस एकंकार, करता मीन्स हु क्रिएट्स, जिसने क्रिएट किया सारा कुछ, करता। ओ क्रिएटर एकंग है, एक है। उस एके ने, उस एक ने सारा कुछ क्रिएट किया, बट किसे होर दी क्रिएशन च ते इस दी क्रिएशन च फर्क ये है कि ये अपनी क्रिएशन दे विच आप हो समाया होया।
ਜਿਵੇਂ ਇਹਨੂੰ ਅਸੀਂ ਸੌਖੇ ਤੌਰ ਤੇ ਸਮਝਣਾ ਹੋਏ, ਜੇ ਸੋਭਾ ਸਿੰਘ ਦੀ ਫੋਟੋ ਬਣਾਈ ਹੋਈ ਸੀ ਕਿ ਇੱਥੇ ਲੱਗੀ ਹੈ, ਇੱਥੇ ਗੁਰਜੀਤ ਸਿੰਘ ਦੀ ਲੱਗੀ ਹੈ, ਇੱਥੇ ਸਤਬੀਰ ਸਿੰਘ ਦੀ ਲੱਗੀ ਹੈ, ਅਸੀਂ ਕਹਾਂਗੇ ਇਹ ਸਤਬੀਰ ਸਿੰਘ ਹੈ, ਇਹ ਗੁਰਜੀਤ ਸਿੰਘ ਹੈ, ਇਹ ਸੋਭਾ ਸਿੰਘ ਹੈ। ਸੋ ਉਸ ਦੀ ਕ੍ਰੀਏਸ਼ਨ ਵਿੱਚੋਂ ਅਸੀਂ ਕ੍ਰੀਏਟਰ ਨੂੰ ਅਸਿਊਮ ਕਰਦੇ ਹਾਂ। ਤੋ ਕਰਤਾ ਇਜ਼ ਕ੍ਰੀਏਟਰ ਐਂਡ ਪੁਰਖ ਇਜ਼, ਪੁਰਖ ਮੀਨਸ, ਪੁਰਖ ਦਾ ਮਤਲਬ ਹੈ ਕਿ ਹਾਊ the assimilation of the creator in its creation. Creation ਦੇ ਵਿੱਚ creator ਨੂੰ feel ਕਰਨਾ, that is ਪੁਰਖ। if we ਦਇਆਵਾਨ ਜਿਹੜਾ ਦੂਸਰੇ ਤੇ ਦਇਆ ਕਰਦੇ ਨੇ, ਉਹਨੂੰ ਜਿਹੜੇ ਹੁਣ ਦੇਖੋ ਸ਼ੇਖ ਫਰੀਦ ਦੀ ਗੱਲ ਆਉਂਦੀ, ਇੱਕ ਸ਼ੇਖ ਫਰੀਦ ਜੀ ਦਰਖਤਾਂ ਨੂੰ ਜਾ ਕੇ ਜੱਫੀਆਂ ਪਾਉਂਦੇ। Sheikh Farid, a saintly person who embraced trees, assuming there is God. He felt God in the trees. He felt God in every creation. So that Gurbani says that God is actually there. Karta Purkh. So Karta is Karta, creator, but he is also Purkh because he is present within the creation. तो कर्ता पुरख, तो एक अंकार, सतनाम, कर्ता पुरख। Now nirpav. Nirpav would be that sometimes people are very blown up because of their energies, because of their power, and because of their status, because of their money and their connections. It is a writing on the wall for them. Anything we have, anything, and all our riches are insufficient because God fears none. Nirpav. Pav and Pav are two words in Gurbani. Pav is dar, Pav is pyar. Nanak, jin man pav, tina man pav. ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਰਿਗਾਰਡ ਹੋਏਗਾ, ਉਹਨਾਂ ਦੇ ਮਨ ਵਿੱਚ ਹੀ ਰੱਬ ਦਾ ਪਿਆਰ ਹੋਏਗਾ, ਪਿਆਰ ਪੈਦਾ ਹੋਏਗਾ। ਰੱਬ ਨਹੀਂ ਕਿਸ ਤੋਂ ਡਰਦਾ। So you can't show off your strength to God. So nirpav. But similarly, ਰੱਬ ਕਿਸੇ ਨੂੰ ਡਰਾਉਂਦਾ ਵੀ ਨਹੀਂ, treats everybody. Sometimes we feel ਇਹ ਇੰਨੇ ਬੰਦੇ ਕਿਸ ਤਰ੍ਹਾਂ ਦੇ ਨੇ, but ਦੇਖੋ ਰੱਬ ਇਹਨਾਂ ਦਾ ਕੁਝ ਨਹੀਂ ਕਰਦਾ। ਰੱਬ ਕਿਸੇ ਨਾਲ ਵੈਰ ਨਹੀਂ ਕਰਦਾ। What we get is as we sow, so shall we reap. So what people do good things, they get good things. If we do bad, we are getting bad. This entire system is in place and we just fall in that system. From God's side, there is no biased opinion or treatment for anybody or anything. So nirvair, निर्वैर, किसी दे नाल कोई बायस नहीं है। एक अंकार, सतनाम, करता पुरख, निरपाव, निर्वैर, अकाल मूरत। एंड जदों आद तो लैके हुण तक ते होसी भी तक ते ही मस्ट बी उस वेले बच्चा होना, हुण जवान हो गया फिर बुढ़ा होएगा। नो, वी आर ऑल काल मूरत। काल मूरत हुंदे है जिन्हां दे उपर समय दा असर होए। समय दा असर दा मतलब ये है कि अज कोई छोटा बच्चा है, फिर जवान हो गया, फिर बुढ़ा हो गया, ਉਹਦੇ ਸਮੇਂ ਤੇ ਸਮੇਂ ਦਾ ਉਹਦੇ ਉੱਪਰ ਅਸਰ ਹੋ ਰਿਹਾ ਹੈ। ਬਟ ਰੱਬ ਅਕਾਲ ਮੂਰਤ ਹੈ। ਰੱਬ is not affected. ਰੱਬ is not affected by the time. So ਅਕਾਲ ਮੂਰਤ। ਅਜੂਨੀ, ਅਜੂਨੀ means ਜੂਨ ਵਿੱਚ ਨਹੀਂ ਆਉਂਦਾ। ਜੂਨ ਦਾ ਮਤਲਬ ਕੀ ਹੈ ਕਿ you take birth. ਕੋਈ ਭਾਵੇਂ ਕਿਸੇ ਵੀ, ਭਾਵੇਂ ਕੋਈ ਐਨੀਮਲ ਹੈ taking birth, कोई bird है taking birth, कोई sea animal है, कोई fish है, and humans, everybody who takes birth and dies is a June. तो ਜਿਹੜਾ ਵੀ ਬੰਦਾ ਕਿਸੇ ਜੂਨ ਚ ਆਇਆ ਹੋਇਆ ਹੈ ਉਹ ਰੱਬ ਨਹੀਂ ਹੋ ਸਕਦਾ। This applies to Guru Sahban, this applies to all Devi Devte, this applies to all people created who have born and who have died, cannot be God. Ajuni, because Rab is Ajuni. Guru Nanak Sahib has very clearly writing on the wall, Ajuni. And then question arises, then who created God?
where from he is created? God created from his own self. Sapang. So Mool Mantar is putting the things in place as the fundamental. Ekankar, Satnam, Karta Purakh, Nirpao, Nirvair, Akal Murat, Ajuni, Sapang, Gur Prasad. Gur Prasad. Now here, एक थोड़ी जी grammar. Gur Prasad, ਜਿਹੜੇ ਵੀ ਇੱਕ ਦੇ ਪ੍ਰਤੀਕ ਨੇ ਉਹਦੇ ਹਮੇਸ਼ਾ ਨਾ ਨਾਉਨ ਦੇ ਐਂਡ ਤੇ ਔਂਕੜ ਲੱਗਿਆ ਹੁੰਦਾ ਹੈ। ਗੁਰ ਰਾਰੇ ਨੂੰ ਔਂਕੜ, ਔਂਕੜ ਮੀਨਸ ਊਦ, ਛੋਟੀ ਊਦੀ ਮਾਤਰਾ। ਹੁਣ ਇਹ ਰਾਰੇ ਦਾ ਔਂਕੜ ਸ਼ੋ ਕਰਦਾ ਕਿ ਗੁਰ ਇੱਕ ਹੈ, ਪਰ ਗੁਰ ਪ੍ਰਸਾਦ ਵਿੱਚ ਤੁਸੀਂ ਦੇਖੋਗੇ ਰਾਰੇ ਨੂੰ ਪਿੱਛੇ ਔਂਕੜ ਨਹੀਂ ਹੈ ਤੇ ਗੁਰ ਤਾਂ ਇੱਕ ਹੈ। ਅੱਗੇ ਲਿਖਿਆ ਪ੍ਰਸਾਦ, ਗੁਰੂ ਦਾ ਪ੍ਰਸਾਦ ਮੀਨਸ ਗੁਰੂ ਦੀ ਕਿਰਪਾ। ਆ ਜਿਹੜਾ ਦੀ ਆ ਗਿਆ ਨਾ ਵਿੱਚ, ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ, ਜਦੋਂ ਵੀ ਦੋ ਵਰਡਸ ਨੂੰ ਲਿੰਕ ਕਰਨ ਵਾਲਾ, ਇਹਨੂੰ ਲਿੰਕਿੰਗ ਵਰਡ ਨੂੰ ਬੋਲਦੇ ਆ ਸੰਬੰਧ ਪੈਦਾ ਕਰਨ ਵਾਲਾ, ਇਹਨੂੰ ਗ੍ਰਾਮੈਟਿਕਲੀ ਬੋਲਦੇ ਆ ਸੰਬੰਧਕ। ਜਦੋਂ ਵੀ ਦਾ, ਦੇ, ਦੀ, ਕਾ, ਕੇ, ਕੀ, ਅੰਦਰੇ, ਬਾਹਰੇ, ਮਹਿ, ਸੰਗੇ, ਇਹ ਜਦੋਂ ਵੀ ਹੋਏਗਾ ਉਹ ਉਤੋਂ ਉਸ ਤੋਂ ਪਹਿਲੇ ਵਰਡ ਦਾ ਔਂਕੜ ਨਹੀਂ ਹੋਏਗਾ। तो ਉਹ ਸਗੋਂ ਇੰਡੀਕੇਟ ਕਰਦਾ ਹੈ ਕਿ ਇਹ ਦੋਨੇ ਲਿੰਕ ਨੇ। तो ਇਸ ਔਂਕੜ ਦੇ ਨਾ ਹੋਣ ਕਰਕੇ ਗੁਰਪ੍ਰਸਾਦ ਦੀ ਇਲੈਬੋਰੇਸ਼ਨ ਹੋ ਜਾਂਦੀ ਹੈ ਗੁਰੂ ਦਾ ਪ੍ਰਸਾਦ। ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਸਾਰਾ ਮੂਲ ਮੰਤਰ ਨੂੰ ਦੀ ਸਾਨੂੰ ਸੋਝੀ ਹੋ ਜਾਂਦੀ ਹੈ। ਸਾਨੂੰ ਉਸ ਏਕੇ ਦੇ ਨਾਲ, ਉਸ ਨਾਮ ਦੀ, ਉਸ ਹੋਂਦ ਦੇ ਨਾਲ we can align ourselves by Guru's kripa. Guru Prasad, Guru di Kirpa, Guru da Prasad. So this is the entire Mool Mantar, Ekankar, Satnam, Karta Purakh, Nirpao, Nirvair, Akal Murat, Ajuni, Sapang, Gur Prasad. So this this is the fundamental of spiritual thought process, where we can think and move and progress towards Almighty God in the right thought thinking process. Chalo, see you next week. Next week, okay? Thank you, Uncle. Okay, Bye. bye. Thank you, Mama Ji. Thank you. Bye.